ਸਤਿ ਸ਼੍ਰੀ ਅਕਾਲ ਜੀ। ਹਾਜ਼ਰ ਹਾਂ ਜੀ ਇੱਕ ਬਹੁਤ ਹੀ ਸਮਝਦਾਰ ਤੇ ਸਾਊ ਪੁੱਤ ਦੀ ਕਹਾਣੀ ਦੇ ਨਾਲ। ਪੁੱਤ ਹੋਵੇ ਤਾਂ ਇਹੋ ਜਿਹਾ। ਉਮੀਦ ਕਰਦੀ ਹਾਂ ਕਿ ਇਹ ਕਹਾਣੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗੀ। ਸ਼ੁਰੂ ਕਰਦੇ ਹਾਂ ਜੀ। ਅੱਜ ਜਗਦੀਪ ਜਦੋਂ ਘਰ ਆਇਆ ਤਾਂ ਆਪਣੇ ਮੰਮੀ ਪਾਪਾ ਨੂੰ ਇਸ ਹਾਲਤ ਵਿੱਚ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸ ਦੀ ਘਰਵਾਲੀ ਪਰਮ ਇਸ ਸਮੇਂ ਕਿਸੇ ਕਿੱਟੀ ਪਾਰਟੀ ਤੋਂ ਘਰ ਵਾਪਸ ਆਈ ਤਾਂ ਉਸਨੇ ਉਸਦੇ ਮੂੰਹ ਤੇ ਇੱਕ ਜ਼ੋਰ ਨਾਲ ਥੱਪੜ ਮਾਰ ਦਿੱਤਾ। ਮੇਰੇ ਮੰਮੀ ਪਾਪਾ ਦੇ ਨਾਲ ਇਹੋ ਜਿਹਾ ਸਲੂਕ ਕਰਨ ਦੀ ਤੇਰੀ ਹਿੰਮਤ ਕਿਵੇਂ ਹੋਈ? ਇਹ ਘਰ ਤੇਰੇ ਤੋਂ ਪਹਿਲਾਂ ਮੇਰੇ ਮੰਮੀ ਪਾਪਾ ਦਾ ਹੈ। ਤੂੰ ਇਸ ਘਰ ਨੂੰ ਆਪਣੇ ਦਾਜ ਵਿੱਚ ਲੈ ਕੇ ਨਹੀਂ ਆਈ। ਮੈਂ ਬਹੁਤ ਦਿਨਾਂ ਤੋਂ ਤੇਰੀਆਂ ਇਹ ਹਰਕਤਾਂ ਬਰਦਾਸ਼ਤ ਕਰਦਾ ਆ ਰਿਹਾ ਸੀ ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਤੂੰ ਸੁਧਰ ਜਾਏਂਗੀ ਤੇ ਤੂੰ ਮੰਮੀ ਪਾਪਾ ਦੇ ਨਾਲ ਆਪਣੇ ਆਪ ਨੂੰ ਐਡਜਸਟ ਕਰ ਲਏਂਗੀ ਅਤੇ ਉਹਨਾਂ ਨੂੰ ਆਪਣੇ ਮੰਮੀ ਪਾਪਾ ਦੀ ਤਰ੍ਹਾਂ ਪਿਆਰ ਸਨਮਾਨ ਦੇਵੇਂਗੀ। ਪਰ ਤੂੰ ਮੇਰੇ ਜਾਣ ਤੋਂ ਬਾਅਦ ਮੇਰੇ ਮੰਮੀ ਪਾਪਾ ਦੀ ਹਾਲਤ ਨੌਕਰਾਂ ਤੋਂ ਵੀ ਮਾੜੀ ਕਰ ਦਿੱਤੀ। ਤੂੰ ਉਹਨਾਂ ਤੋਂ 1-1 ਰੁਪਈਏ ਦਾ ਹਿਸਾਬ ਮੰਗਦੀ ਹੈ ਅਤੇ ਉਹਨਾਂ ਦੀ ਬੇਇੱਜ਼ਤੀ ਕਰਦੀ ਹੈ। ਇੱਕ ਗੱਲ ਕੰਨ ਖੋਲ੍ਹ ਕੇ ਸੁਣ ਲੈ, ਉਹ ਆਪਣੇ ਪੁੱਤ ਦੀ ਕਮਾਈ ਖਾਂਦੇ ਹਨ, ਤੇਰੇ ਪਿਓ ਦੀ ਨਹੀਂ। ਹੁਣ ਤੂੰ ਆਪਣਾ ਸਮਾਨ ਬੰਨ੍ਹ ਤੇ ਚਲੀ ਜਾ ਇਸ ਘਰ ਤੋਂ। ਜਗਦੀਪ ਨੇ ਗੁੱਸੇ ਵਿੱਚ ਪਰਮ ਨੂੰ ਕਿਹਾ ਤੇ ਆਪਣੇ ਮੰਮੀ ਪਾਪਾ ਤੋਂ ਹੱਥ ਜੋੜ ਕੇ ਮਾਫ਼ੀ ਮੰਗਣ ਲੱਗਿਆ। ਦਰਅਸਲ ਗੁਰਮੇਜ ਕੌਰ ਅਤੇ ਹਰਬੰਸ ਸਿੰਘ ਪਹਿਲਾਂ ਆਪਣੇ ਪਿੰਡ ਰਹਿੰਦੇ ਸੀ ਅਤੇ ਇੱਕ ਦਿਨ ਗੁਰਮੇਜ ਕੌਰ ਦੀ ਤਬੀਅਤ ਇੰਨੀ ਜ਼ਿਆਦਾ ਖਰਾਬ ਹੋ ਗਈ ਕਿ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਾਉਣਾ ਪਿਆ। ਹਸਪਤਾਲ ਵਿੱਚ ਚੈੱਕਅਪ ਤੋਂ ਬਾਅਦ ਪਤਾ ਚੱਲਿਆ ਕਿ ਉਸ ਨੂੰ ਹਾਰਟ ਅਟੈਕ ਆਇਆ ਹੈ। ਹਸਪਤਾਲ ਦੇ ਇਲਾਜ ਲਈ ਜ਼ਿਆਦਾ ਪੈਸਿਆਂ ਦੀ ਜ਼ਰੂਰਤ ਸੀ ਪਰ ਹਰਬੰਸ ਸਿੰਘ ਦੇ ਕੋਲ ਇੰਨੇ ਪੈਸੇ ਨਹੀਂ ਸਨ ਕਿ ਆਪਣੀ ਘਰਵਾਲੀ ਦਾ ਇਲਾਜ ਕਰਵਾ ਸਕੇ। ਇਸ ਲਈ ਉਸਨੇ ਆਪਣੇ ਮੁੰਡੇ ਜਗਦੀਪ ਨੂੰ ਫੋਨ ਕੀਤਾ ਤੇ ਕਿਹਾ, ਬੇਟਾ ਜਗਦੀਪ ਤੇਰੀ ਮਾਂ ਦੀ ਤਬੀਅਤ ਠੀਕ ਨਹੀਂ ਹੈ। ਉਸ ਨੂੰ ਹਾਰਟ ਅਟੈਕ ਆਇਆ ਹੈ ਅਤੇ ਹਸਪਤਾਲ ਵਿੱਚ ਐਡਮਿਟ ਹੈ। ਇਹ ਸੁਣ ਕੇ ਜਗਦੀਪ ਹੈਰਾਨ ਰਹਿ ਗਿਆ ਅਤੇ ਬਹੁਤ ਦੁਖੀ ਹੋਇਆ। ਉਸਨੇ ਕਿਹਾ ਕਿ ਇਹ ਸਭ ਕਿਵੇਂ ਹੋ ਗਿਆ ਪਾਪਾ, ਤੇ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ? ਪੁੱਤ ਅੱਜ ਸਵੇਰੇ ਹੀ ਤੇਰੀ ਮਾਂ ਨੂੰ ਸਾਹ ਲੈਣ ਵਿੱਚ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਸੀ। ਹਸਪਤਾਲ ਆ ਕੇ ਚੈੱਕਅਪ ਕਰਾਇਆ ਤਾਂ ਪਤਾ ਲੱਗਿਆ ਕਿ ਹਾਰਟ ਅਟੈਕ ਆਇਆ ਹੈ। ਪੂਰੇ 3 ਲੱਖ ਦਾ ਖਰਚਾ ਹੈ ਡਾਕਟਰ ਕਹਿੰਦੇ ਹਨ। ਪਾਪਾ ਜੀ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਤੁਸੀਂ ਇਸ ਸਮੇਂ ਕਿੱਥੇ ਹੋ? ਪਾਪਾ ਡਾਕਟਰ ਨੂੰ ਕਹੋ ਕਿ ਇਲਾਜ ਸ਼ੁਰੂ ਕਰੇ। ਮੈਂ ਬਹੁਤ ਜਲਦੀ ਇੱਥੇ ਪਹੁੰਚ ਜਾਊਂਗਾ ਤੇ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ। ਮਾਂ ਬਿਲਕੁਲ ਠੀਕ ਹੋ ਜਾਏਗੀ। ਜਗਦੀਪ ਆਪਣੇ ਘਰ ਪਹੁੰਚਿਆ ਤੇ ਆਪਣੀ ਘਰਵਾਲੀ ਪਰਮ ਨੂੰ ਕਹਿਣ ਲੱਗਿਆ ਕਿ ਸਾਨੂੰ ਮੰਮੀ ਪਾਪਾ ਦੇ ਕੋਲ ਜਾਣਾ ਪਏਗਾ। ਤਾਂ ਪਰਮ ਬੋਲੀ, ਕੀ ਹੋ ਗਿਆ ਜਗਦੀਪ? ਜਗਦੀਪ ਨੇ ਕਿਹਾ, ਮਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ। ਉਸ ਨੂੰ ਹਾਰਟ ਅਟੈਕ ਆਇਆ ਹੈ। ਤੂੰ ਜਲਦੀ ਨਾਲ ਚੱਲਣ ਦੀ ਤਿਆਰੀ ਕਰ। ਜਗਦੀਪ ਅੱਜ ਤਾਂ ਮੇਰੀ ਸਹੇਲੀ ਦੀ ਅੰਗੇਜਮੈਂਟ ਹੈ। ਅਸੀਂ ਸਾਰਿਆਂ ਨੇ ਉੱਥੇ ਜਾਣਾ ਹੈ ਅਤੇ ਤੇਰੇ ਮੰਮੀ ਪਾਪਾ ਕਿਹੜਾ ਕਿਤੇ ਜਾ ਰਹੇ ਹਨ। ਉਹਨਾਂ ਦੇ ਕੋਲ ਕੱਲ੍ਹ ਚਲੇ ਜਾਵਾਂਗੇ। ਅੱਜ ਮੇਰਾ ਅੰਗੇਜਮੈਂਟ 'ਤੇ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਮਾਂ ਦੀ ਚਿੰਤਾ ਕਰਨ ਦੀ ਤੈਨੂੰ ਕੋਈ ਜ਼ਰੂਰਤ ਨਹੀਂ। ਬੁਢਾਪੇ ਵਿੱਚ ਤਾਂ ਇਹੋ ਜਿਹੀਆਂ ਬਿਮਾਰੀਆਂ ਅਕਸਰ ਹੀ ਲੱਗ ਜਾਂਦੀਆਂ ਨੇ। ਪਰਮ ਨੇ ਜਗਦੀਪ ਦਾ ਹੱਥ ਫੜਦੇ ਹੋਏ ਕਿਹਾ। ਤਾਂ ਜਗਦੀਪ ਗੁੱਸੇ ਨਾਲ ਆਪਣਾ ਹੱਥ ਛਡਾਇਆ ਤੇ ਕਹਿਣ ਲੱਗਾ, ਪਰਮ ਤੇਰਾ ਦਿਮਾਗ ਤਾਂ ਠੀਕ ਹੈ। ਮੇਰੀ ਮਾਂ ਹਸਪਤਾਲ ਵਿੱਚ ਹੈ ਅਤੇ ਉਸ ਦੀ ਜਾਨ ਨੂੰ ਖਤਰਾ ਹੈ ਅਤੇ ਤੈਨੂੰ ਪਾਰਟੀ ਦੀ ਸੁੱਝ ਰਹੀ ਹੈ। ਤੂੰ ਨਹੀਂ ਜਾਣਾ ਚਾਹੁੰਦੀ ਤਾਂ ਨਾ ਜਾ, ਪਰ ਮੈਂ ਇਸ ਹਾਲਤ ਵਿੱਚ ਆਪਣੇ ਮੰਮੀ ਪਾਪਾ ਨੂੰ ਇਕੱਲਾ ਨਹੀਂ ਛੱਡ ਸਕਦਾ। ਜਗਦੀਪ ਨੇ ਤੁਰੰਤ ਫਲਾਈਟ ਲਈ ਅਤੇ ਹਸਪਤਾਲ ਪਹੁੰਚ ਗਿਆ। ਹਰਬੰਸ ਸਿੰਘ ਜੀ ਜੋ ਆਪਣੀ ਘਰਵਾਲੀ ਦੀ ਚਿੰਤਾ ਵਿੱਚ ਬੈਠੇ ਸੀ, ਉਸ ਨੂੰ ਆਪਣੇ ਪੁੱਤ ਨੂੰ ਦੇਖ ਕੇ ਕੁਝ ਹੌਸਲਾ ਹੋ ਗਿਆ ਅਤੇ ਉਸੇ ਵੇਲੇ ਉੱਠ ਕੇ ਖੜਾ ਹੋ ਗਿਆ ਤੇ ਕਹਿਣ ਲੱਗਿਆ, ਬੇਟਾ ਦੇਖੋ ਤੇਰੀ ਮਾਂ ਦੀ ਕੀ ਹਾਲਤ ਹੋ ਗਈ। ਅੱਜ ਬੇਸੁੱਧ ਹਾਲਤ ਵਿੱਚ ਪਈ ਹੈ। ਪਾਪਾ ਜੀ ਤੁਸੀਂ ਚਿੰਤਾ ਨਾ ਕਰੋ, ਮੈਂ ਆ ਗਿਆ। ਮਾਂ ਬਿਲਕੁਲ ਠੀਕ ਹੋ ਜਾਏਗੀ। ਜਗਦੀਪ ਨੇ ਆਪਣੇ ਪਾਪਾ ਦੇ ਹੰਝੂ ਪੂੰਝੇ ਤੇ ਆਪਣੇ ਕੋਲ ਰੱਖੀ ਕੁਰਸੀ 'ਤੇ ਬੈਠ ਗਿਆ ਅਤੇ ਆਪਣੇ ਪਾਪਾ ਦੇ ਹੱਥ ਨੂੰ ਆਪਣੇ ਹੱਥ ਵਿੱਚ ਲੈਂਦੇ ਹੋਏ ਬੋਲਿਆ, ਤੁਸੀਂ ਬਸ ਇੱਥੇ ਬੈਠੋ ਤੇ ਮੈਂ ਡਾਕਟਰ ਨਾਲ ਗੱਲ ਕਰਕੇ ਆਉਂਦਾ ਹਾਂ। ਉਸ ਦੇ ਬਾਅਦ ਜਗਦੀਪ ਡਾਕਟਰ ਨੂੰ ਜਾ ਕੇ ਮਿਲਿਆ ਤਾਂ ਉਸਨੇ ਡਾਕਟਰ ਨੂੰ ਕਿਹਾ, ਡਾਕਟਰ ਸਾਹਿਬ ਜਿੰਨਾ ਪੈਸਾ ਮਰਜ਼ੀ ਲੱਗ ਜਾਏ, ਬਸ ਮੇਰੀ ਮਾਂ ਨੂੰ ਕੁਝ ਨਹੀਂ ਹੋਣਾ ਚਾਹੀਦਾ।
ਤਾਂ ਡਾਕਟਰ ਨੇ ਕਿਹਾ, ਜਗਦੀਪ ਨੂੰ ਦਿਲਾਸਾ ਦਿੰਦੇ ਹੋਏ ਕਿਹਾ, ਤੁਸੀਂ ਚਿੰਤਾ ਨਾ ਕਰੋ, ਆਪਰੇਸ਼ਨ ਦੇ ਬਾਅਦ ਤੁਹਾਡੀ ਮਾਂ ਬਿਲਕੁਲ ਠੀਕ ਹੋ ਜਾਏਗੀ। ਡਾਕਟਰ ਗੁਰਮੇਜ ਕੌਰ ਦਾ ਆਪਰੇਸ਼ਨ ਕਰਨ ਲੱਗ ਗਏ। ਹੌਲੀ ਹੌਲੀ ਗੁਰਮੇਜ ਕੌਰ ਠੀਕ ਹੋ ਗਈ। ਉਸ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ। ਇਸ ਟਾਈਮ ਹਸਪਤਾਲ ਵਿੱਚ ਜਗਦੀਪ ਨੇ ਰਹਿ ਕੇ ਆਪਣੀ ਮਾਂ ਦੀ ਬਹੁਤ ਸੇਵਾ ਕੀਤੀ। ਉਸ ਵਕਤ ਜਗਦੀਪ ਨੂੰ ਉਸ ਦੇ ਆਫਿਸ ਵਿੱਚੋਂ ਬਹੁਤ ਫੋਨ ਆ ਰਹੇ ਸੀ। ਤਾਂ ਉਸ ਦੇ ਪਾਪਾ ਨੇ ਕਿਹਾ, ਪੁੱਤ ਹੁਣ ਤੇਰੀ ਮਾਂ ਬਿਲਕੁਲ ਠੀਕ ਹੈ, ਤੂੰ ਆਪਣੇ ਕੰਮ 'ਤੇ ਵਾਪਸ ਜਾ। ਪਰ ਪਿਤਾ ਜੀ, ਕੱਲ੍ਹ ਮਾਂ ਨੂੰ ਗੋਡਿਆਂ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ। ਮੈਂ ਤੁਹਾਨੂੰ ਛੱਡ ਕੇ ਕਿਵੇਂ ਜਾ ਸਕਦਾ ਹਾਂ? ਬੇਟਾ, ਹੁਣ ਤਾਂ ਬੁਢਾਪੇ ਵਿੱਚ ਇਹ ਸਭ ਕੁਝ ਹੁੰਦਾ ਹੀ ਰਹਿਣਾ ਹੈ, ਪਰ ਤੂੰ ਆਪਣੇ ਕੰਮ 'ਤੇ ਜਾ। ਜਗਦੀਪ ਨੇ ਕਿਹਾ, ਠੀਕ ਹੈ। ਅਤੇ ਅਗਲੇ ਦਿਨ ਜਗਦੀਪ ਆਪਣੇ ਮੰਮੀ ਪਾਪਾ ਦੇ ਕੱਪੜੇ ਬੈਗ ਵਿੱਚ ਪਾਉਣ ਲੱਗਿਆ ਤਾਂ ਇਹ ਦੇਖ ਕੇ ਗੁਰਮੇਜ ਕੌਰ ਬੋਲੀ, ਬੇਟਾ ਸਾਡੇ ਕੱਪੜੇ ਬੈਗ ਵਿੱਚ ਕਿਉਂ ਪਾ ਰਿਹਾ ਹੈ? ਤਾਂ ਜਗਦੀਪ ਕਹਿਣ ਲੱਗਾ, ਮਾਂ ਤੁਸੀਂ ਮੇਰੇ ਨਾਲ ਚੱਲੋਗੇ, ਹੁਣ ਤੁਸੀਂ ਮੇਰੇ ਨਾਲ ਹੀ ਰਹੋਗੇ। ਨਹੀਂ ਬੇਟਾ, ਅਸੀਂ ਇੱਥੇ ਹੀ ਠੀਕ ਹਾਂ, ਬਸ ਤੁਸੀਂ ਸਾਨੂੰ ਮਿਲਣ ਆਉਂਦੇ ਰਿਹਾ ਕਰੋ, ਬਹੁਤ ਹੈ ਸਾਡੇ ਲਈ। ਪੁੱਤ ਤੂੰ ਜਾਣਦਾ ਹੀ ਹੈ ਕਿ ਪਰਮ ਨੂੰ ਸਾਡੇ ਨਾਲ ਰਹਿਣਾ ਬਿਲਕੁਲ ਵੀ ਪਸੰਦ ਨਹੀਂ। ਇਹ ਕਹਿ ਕੇ ਗੁਰਮੇਜ ਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਮਾਂ ਤੁਸੀਂ ਚਿੰਤਾ ਨਾ ਕਰੋ, ਮੈਂ ਸਭ ਕੁਝ ਸੰਭਾਲ ਲਵਾਂਗਾ, ਪਰ ਇਸ ਹਾਲਤ ਵਿੱਚ ਮੈਂ ਤੁਹਾਨੂੰ ਇਕੱਲਾ ਨਹੀਂ ਛੱਡ ਸਕਦਾ। ਜਗਦੀਪ ਦੇ ਜ਼ਿਆਦਾ ਕਹਿਣ 'ਤੇ ਗੁਰਮੇਜ ਕੌਰ ਤੇ ਹਰਬੰਸ ਸਿੰਘ ਦੋਨੇ ਉਸ ਦੇ ਨਾਲ ਉਸ ਦੇ ਘਰ ਚਲੇ ਗਏ। ਪਰ ਉਹ ਆਪਣੀ ਨੂੰਹ ਦਾ ਸੁਭਾਅ ਬਹੁਤ ਚੰਗੀ ਤਰ੍ਹਾਂ ਜਾਣਦੇ ਸੀ। ਗੁਰਮੇਜ ਕੌਰ ਨੂੰ ਇਸ ਤਰ੍ਹਾਂ ਝਿਜਕਦੇ ਹੋਏ ਦੇਖ ਕੇ ਜਗਦੀਪ ਹੱਸ ਪਿਆ ਤੇ ਬੋਲਿਆ, ਮਾਂ ਇਹ ਘਰ ਪਹਿਲਾਂ ਤੁਹਾਡਾ ਹੈ, ਪੂਰੇ ਅਧਿਕਾਰ ਦੇ ਨਾਲ ਤੁਸੀਂ ਅੰਦਰ ਆਓ। ਇਹ ਕਹਿੰਦੇ ਹੋਏ ਜਗਦੀਪ ਆਪਣੇ ਮੰਮੀ ਪਾਪਾ ਦਾ ਹੱਥ ਫੜ ਕੇ ਉਹਨਾਂ ਨੂੰ ਉਹਨਾਂ ਦੇ ਕਮਰੇ ਵਿੱਚ ਲੈ ਗਿਆ। ਉਸ ਕਮਰੇ ਨੂੰ ਦੇਖ ਕੇ ਦੋਨੇ ਦੁਖੀ ਹੋ ਗਏ। ਜਾਣਦੇ ਹੋ ਪਾਪਾ ਜੀ, ਜਦੋਂ ਮੈਂ ਇਹ ਘਰ ਖਰੀਦਿਆ ਸੀ ਤਾਂ ਇਸ ਘਰ ਦੀ ਸੈਟਿੰਗ ਬਿਲਕੁਲ ਆਪ ਦੋਨਾਂ ਦੇ ਹਿਸਾਬ ਨਾਲ ਕਰਵਾਈ ਸੀ। ਇਹ ਸੁਣ ਕੇ ਗੁਰਮੇਜ ਕੌਰ ਤੇ ਹਰਬੰਸ ਸਿੰਘ ਨੇ ਆਪਣੇ ਪੁੱਤ ਨੂੰ ਪਿਆਰ ਨਾਲ ਗਲੇ ਲਗਾ ਲਿਆ। ਹੁਣ ਤੁਸੀਂ ਦੋਨੇ ਇੱਥੇ ਆਰਾਮ ਕਰੋ, ਮੈਂ ਤੁਹਾਡੇ ਲਈ ਚਾਹ ਲੈ ਕੇ ਆਉਂਦਾ ਹਾਂ। ਆਪਣੀ ਸੱਸ ਸਹੁਰੇ ਨੂੰ ਆਪਣੇ ਘਰ ਵਿੱਚ ਦੇਖ ਕੇ ਕਮਰੇ ਦੇ ਬਾਹਰ ਖੜੀ ਪਰਮ ਦਾ ਗੁੱਸਾ 7ਵੇਂ ਅਸਮਾਨ 'ਤੇ ਚੜ੍ਹ ਗਿਆ। ਜਿਵੇਂ ਹੀ ਜਗਦੀਪ ਆਪਣੇ ਮੰਮੀ ਪਾਪਾ ਨੂੰ ਕਮਰੇ ਵਿੱਚ ਬਿਠਾ ਕੇ ਬਾਹਰ ਆਇਆ ਤਾਂ ਪਰਮ ਉਸ ਦਾ ਹੱਥ ਫੜ ਕੇ ਗੁੱਸੇ ਨਾਲ ਆਪਣੇ ਕਮਰੇ ਵਿੱਚ ਲੈ ਗਈ ਅਤੇ ਬੋਲੀ, ਤੇਰਾ ਦਿਮਾਗ ਤਾਂ ਠੀਕ ਹੈ ਜਾਂ ਨਹੀਂ? ਇੱਥੇ ਕੋਈ ਬਿਰਧ ਆਸ਼ਰਮ ਖੁੱਲ੍ਹਿਆ? ਕਿਸ ਨੇ ਕਿਹਾ ਤੈਨੂੰ ਬੁੱਢੇ ਬੁੱਢੀ ਨੂੰ ਇੱਥੇ ਲੈ ਕੇ ਆਉਣ ਲਈ? ਪਰਮ ਜ਼ੁਬਾਨ ਸੰਭਾਲ ਕੇ ਬੋਲ, ਇਹ ਮੇਰੇ ਮੰਮੀ ਪਾਪਾ ਨੇ, ਜੇ ਤੂੰ ਉਹਨਾਂ ਲਈ ਕੁਝ ਵੀ ਗਲਤ ਬੋਲਿਆ ਤਾਂ ਮੈਂ ਕਦੀ ਬਰਦਾਸ਼ਤ ਨਹੀਂ ਕਰੂੰਗਾ। ਮੈਂ ਆਪਣੇ ਮਾਂ-ਪਿਓ ਨੂੰ ਸੰਭਾਲ ਲਵਾਂਗਾ, ਮੈਂ ਇਕੱਲਾ ਹੀ ਬਹੁਤ ਹਾਂ ਉਹਨਾਂ ਦੀ ਸੇਵਾ ਕਰਨ ਲਈ। ਪਰ ਤੂੰ ਇੱਕ ਗੱਲ ਦਾ ਧਿਆਨ ਰੱਖੀ ਕਿ ਤੇਰੀ ਵਜ੍ਹਾ ਕਰਕੇ ਮੇਰੇ ਮੰਮੀ ਪਾਪਾ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਏਗਾ। ਇਹ ਕਹਿ ਕੇ ਜਗਦੀਪ ਰਸੋਈ ਵਿੱਚ ਚਲਾ ਗਿਆ। ਅਗਲੇ ਦਿਨ ਉਸਨੇ ਆਪਣੇ ਪਿਓ ਦੀ ਦੇਖਭਾਲ ਲਈ ਇੱਕ ਮੇਡ ਰੱਖ ਲਈ। ਜਗਦੀਪ ਦੇ ਮੰਮੀ ਪਾਪਾ ਬਹੁਤ ਖੁਸ਼ ਸੀ, ਪਰ ਆਪਣੀ ਨੂੰਹ ਦਾ ਆਪਣੇ ਪ੍ਰਤੀ ਵਿਹਾਰ ਦੇਖ ਕੇ ਉਹਨਾਂ ਦੇ ਮਨ ਵਿੱਚ ਇੱਕ ਡਰ ਬੈਠਾ ਹੋਇਆ ਸੀ ਕਿ ਇੱਕ ਦਿਨ ਜਦੋਂ ਜਗਦੀਪ ਨੂੰ ਆਪਣੇ ਕੰਮ ਦੇ ਸਿਲਸਿਲੇ ਵਿੱਚ ਸ਼ਹਿਰ ਤੋਂ ਕੁਝ ਦਿਨਾਂ ਲਈ ਬਾਹਰ ਜਾਣਾ ਪਿਆ ਤਾਂ ਉਹ ਮੇਡ ਨੂੰ ਸਭ ਕੁਝ ਸਮਝਾ ਕੇ ਗਿਆ ਕਿ ਮੇਰੇ ਨਾ ਹੋਣ 'ਤੇ ਮੇਰੇ ਮੰਮੀ ਪਾਪਾ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ। ਤੇ ਕੋਲ ਖੜੀ ਪਰਮ ਇਹ ਸਭ ਗੱਲਾਂ ਸੁਣ ਕੇ ਮਨ ਹੀ ਮਨ ਬਹੁਤ ਕਲਪ ਰਹੀ ਸੀ, ਪਰ ਜਗਦੀਪ ਦੇ ਡਰ ਤੋਂ ਕੁਝ ਵੀ ਨਹੀਂ ਬੋਲੀ। ਆਪਣੇ ਪੁੱਤ ਦੇ ਦਿਲ ਵਿੱਚ ਆਪਣੇ ਪ੍ਰਤੀ ਇੰਨੀ ਚਿੰਤਾ ਦੇਖ ਕੇ ਗੁਰਮੇਜ ਕੌਰ ਉਸ ਨੂੰ ਬੋਲੀ, ਬੇਟਾ ਇੰਨੀ ਚਿੰਤਾ ਨਾ ਕਰਿਆ ਕਰ ਸਾਡੀ, ਤੂੰ ਨਿਸ਼ਚਿੰਤ ਹੋ ਕੇ ਆਪਣੇ ਕੰਮ 'ਤੇ ਜਾ। ਇਹ ਕਹਿੰਦੇ ਹੋਏ ਉਸਨੇ ਆਪਣੇ ਪੁੱਤ ਦੇ ਸਿਰ 'ਤੇ ਹੱਥ ਰੱਖ ਕੇ ਆਸ਼ੀਰਵਾਦ ਦਿੱਤਾ। ਅਗਲੇ ਦਿਨ ਜਗਦੀਪ ਚਲਾ ਗਿਆ ਅਤੇ ਉਸ ਦੇ ਜਾਣ ਤੋਂ ਬਾਅਦ ਹੀ ਉਸ ਦੀ ਨੂੰਹ ਪਰਮ ਨੂੰ ਜਿਵੇਂ ਮੌਕਾ ਮਿਲ ਗਿਆ। ਉਸਨੇ ਆਪਣੇ ਸੱਸ ਸਹੁਰੇ ਦੇ ਨੱਕ ਵਿੱਚ ਦਮ ਕਰ ਦਿੱਤਾ। ਉਸਨੇ ਆਪਣੀ ਸੱਸ ਨੂੰ ਸੁਣਾਉਂਦੇ ਹੋਏ ਕਿਹਾ, ਇੱਕ ਦਿਨ ਫੋਨ 'ਤੇ ਜ਼ੋਰ-ਜ਼ੋਰ ਗੱਲਾਂ ਕਰਨ ਲੱਗੀ। ਬੋਲੀ, ਕੀ ਦੱਸਾਂ ਤੁਹਾਨੂੰ, ਇੱਥੇ ਆ ਗਏ ਨੇ, ਇੰਨਾ ਵੀ ਨਹੀਂ ਜਾਣਦੇ ਕਿ ਸ਼ਹਿਰ ਵਿੱਚ ਕਿੰਨੀ ਮਹਿੰਗਾਈ ਹੈ। ਉਹਨਾਂ ਦੇ ਆਉਣ ਨਾਲ ਘਰ ਦਾ ਖਰਚਾ ਬਹੁਤ ਵੱਧ ਗਿਆ ਹੈ। ਕੀ ਦੱਸਾਂ,
ਅਤੇ ਪੂਰਾ ਘਰ ਦਵਾਈਖਾਨਾ ਬਣ ਗਿਆ ਹੈ। ਇਹੋ ਜਿਹੇ ਗਵਾਰ ਨੇ ਨਾ ਤਾਂ ਖਾਣ ਪੀਣ ਦੀ ਤਮੀਜ਼ ਹੈ ਤੇ ਨਾ ਹੀ ਕੱਪੜੇ ਪਾਉਣ ਦੀ। ਮੇਰੇ ਪੇਕਿਆਂ 'ਤੇ ਤਾਂ ਇਹੋ ਜਿਹਾ ਨੂੰ ਕੋਈ ਨੌਕਰ ਵੀ ਨਾ ਰੱਖੇ। ਗੁਰਮੇਜ ਕੌਰ ਅਤੇ ਹਰਬੰਸ ਸਿੰਘ ਨੂੰ ਇਹ ਗੱਲਾਂ ਸੁਣ ਕੇ ਅੰਦਰ ਹੀ ਅੰਦਰ ਬਹੁਤ ਦੁੱਖ ਹੋਇਆ ਤੇ ਗੁੱਸਾ ਵੀ ਆ ਰਿਹਾ ਸੀ, ਪਰ ਉਹ ਦੋਨੇ ਆਪਣੇ ਪੁੱਤ ਦੀ ਗ੍ਰਹਿਸਥੀ ਖਰਾਬ ਨਹੀਂ ਕਰਨਾ ਚਾਹੁੰਦੇ ਸੀ। ਇਸ ਲਈ ਆਪਣੀ ਨਹੁੰ ਦੀਆਂ ਅਪਮਾਨਜਨਕ ਗੱਲਾਂ ਨੂੰ ਕੌੜਾ ਘੁੱਟ ਸਮਝ ਕੇ ਪੀ ਜਾਂਦੇ। ਇੰਨੀਆਂ ਗੱਲਾਂ ਕਰਨ 'ਤੇ ਜਦੋਂ ਢਿੱਡ ਨਾ ਭਰਿਆ ਤਾਂ ਉਸਨੇ ਘਰ ਦੀ ਮੇੜ ਨੂੰ ਛੁੱਟੀ ਕਰ ਦਿੱਤੀ। ਅੱਜ ਹਰਬੰਸ ਸਿੰਘ ਦਾ ਜਦੋਂ ਚਾਹ ਪੀਣ ਦਾ ਦਿਲ ਕੀਤਾ ਤਾਂ ਆਪਣੀ ਨਹੁੰ ਨੂੰ ਆਵਾਜ਼ ਦਿੱਤੀ, ਬੇਟਾ ਅੱਜ ਕੰਮ ਵਾਲੀ ਨਹੀਂ ਆਈ? ਤਾਂ ਪਰਮ ਬੋਲੀ, ਪਾਪਾ ਕੰਮ ਵਾਲੀ ਨੂੰ ਮੈਂ ਹਟਾ ਦਿੱਤਾ ਹੈ, ਬਹੁਤ ਖਰਚਾ ਹੋ ਰਿਹਾ ਸੀ। ਤਾਂ ਹਰਬੰਸ ਸਿੰਘ ਨੇ ਕਿਹਾ, ਬੇਟਾ ਤੂੰ ਹੀ ਇੱਕ ਕੱਪ ਚਾਹ ਬਣਾ ਦੇ, ਸਿਰ ਬਹੁਤ ਦਰਦ ਕਰ ਰਿਹਾ ਹੈ। ਤਾਂ ਪਰਮ ਬੋਲੀ, ਪਾਪਾ ਮੇਰੇ ਕੋਲ ਅਜੇ ਟਾਈਮ ਨਹੀਂ ਤੇ ਇੰਨਾ ਕੰਮ ਤਾਂ ਤੁਸੀਂ ਖੁਦ ਵੀ ਕਰ ਸਕਦੇ ਹੋ, ਨਹੀਂ ਤਾਂ ਬੈਠੇ ਬੈਠੇ ਤੁਹਾਡੇ ਹੱਥ ਪੈਰ ਖੜ ਜਾਣਗੇ, ਤੁਹਾਨੂੰ ਹੀ ਤਕਲੀਫ ਹੋਵੇਗੀ। ਤੇ ਮੰਮੀ ਜੀ ਤੁਹਾਨੂੰ ਵੀ ਆਰਾਮ ਕਰਦੇ ਕਰਦੇ ਮਹੀਨਾ ਹੋ ਗਿਆ, ਹੁਣ ਮੇਰੇ ਨਾਲ ਰਸੋਈ ਵਿੱਚ ਕੋਈ ਕੰਮ ਕਰਾ ਦਿਆ ਕਰੋ। ਤਾਂ ਹਰਬੰਸ ਕਹਿੰਦਾ, ਬੇਟਾ ਜੋ ਕੰਮ ਹੈ ਉਹ ਤੂੰ ਮੈਨੂੰ ਦੱਸ ਦੇ, ਤੇਰੀ ਮਾਂ ਦੀ ਤਬੀਅਤ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਈ, ਜ਼ਿਆਦਾ ਚੱਲ ਫਿਰ ਵੀ ਨਹੀਂ ਸਕਦੀ। ਤਾਂ ਪਰਮ ਕਹਿਣ ਲੱਗੀ, ਤੁਸੀਂ ਦੋਨੇ ਇੱਥੇ ਮੁਫਤ ਦੀਆਂ ਰੋਟੀਆਂ ਖਾਣ ਲਈ ਆਏ ਹੋ? ਕੋਈ ਕੰਮ ਦੱਸ ਦਿੰਦੀ ਹਾਂ ਤਾਂ ਬਹਾਨੇ ਬਣਾਉਣ ਲੱਗ ਜਾਂਦੇ ਨੇ। ਥੈਲਾ ਲਓ ਤੇ ਬਾਜ਼ਾਰ ਜਾ ਕੇ ਸਬਜ਼ੀਆਂ ਲੈ ਕੇ ਆਓ, ਅਤੇ ਹਾਂ ਸਬਜ਼ੀਆਂ ਲਿਆ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਫਰਿੱਜ ਵਿੱਚ ਰੱਖ ਦੇਣਾ। ਹਰਬੰਸ ਸਿੰਘ ਨੇ ਥੈਲਾ ਪਕੜ ਲਿਆ ਤੇ ਸਬਜ਼ੀਆਂ ਲੈਣ ਲਈ ਚਲਾ ਗਿਆ। ਜਦੋਂ ਸਬਜ਼ੀਆਂ ਖਰੀਦ ਕੇ ਘਰ ਆਇਆ ਤਾਂ ਲਗਾਤਾਰ ਇੰਨੀ ਦੂਰੋਂ ਪੈਦਲ ਚੱਲ ਕੇ ਆਉਣ ਕਰਕੇ ਉਹ ਥੱਕ ਗਿਆ। ਘਰ ਪਹੁੰਚਿਆ ਤਾਂ ਉਸ ਨੇ ਪਰਮ ਨੂੰ ਕਿਹਾ, ਬੇਟਾ ਇੱਕ ਗਲਾਸ ਪਾਣੀ ਲਿਆ ਦੇ। ਪਰਮ ਕਹਿੰਦੀ, ਪਾਪਾ ਮੈਂ ਤੁਹਾਡੀ ਨੌਕਰ ਨਹੀਂ ਜੋ ਮੈਨੂੰ ਤੁਸੀਂ ਹਮੇਸ਼ਾ ਆਰਡਰ ਦਿੰਦੇ ਰਹਿੰਦੇ ਹੋ। ਸਬਜ਼ੀ ਲਿਆ ਕੇ ਕੋਈ ਅਹਿਸਾਨ ਨਹੀਂ ਕੀਤਾ, ਤੁਸੀਂ ਇੱਥੇ ਰਹੋਗੇ ਤਾਂ ਕੰਮ ਕਰਨਾ ਹੀ ਪਏਗਾ। ਜੋ ਖਾਣਾ ਪੀਣਾ ਹੈ ਉਹ ਖੁਦ ਉੱਠ ਕੇ ਲੈ ਲਿਆ ਕਰੋ। ਇਹ ਕਹਿੰਦੀ ਹੋਈ ਪਰਮ ਆਪਣੀ ਰੋਟੀ ਲੈ ਕੇ ਕਮਰੇ ਵੱਲ ਚਲੀ ਗਈ। ਪਰਮ ਦੀਆਂ ਗੱਲਾਂ ਸੁਣ ਕੇ ਹਰਬੰਸ ਸਿੰਘ ਖੜਾ ਸੁੰਨ ਹੋ ਗਿਆ। ਅੱਜ ਉਸਨੂੰ ਇਹ ਅਹਿਸਾਸ ਹੋ ਰਿਹਾ ਸੀ ਕਿ ਉਸਦੇ ਘਰ ਵਿੱਚ ਉਹਨਾਂ ਲਈ ਕੋਈ ਜਗ੍ਹਾ ਨਹੀਂ ਹੈ। ਤਾਂ ਲੜਖੜਾਉਂਦੇ ਕਦਮਾਂ ਨਾਲ ਖੁਦ ਹੀ ਰਸੋਈ ਵਿੱਚ ਚਲਾ ਗਿਆ। ਪਾਣੀ ਪੀ ਕੇ ਕਮਰੇ ਵਿੱਚ ਜਾ ਕੇ ਲੰਮਾ ਪੈ ਗਿਆ। ਨੌਂ ਦੀਆਂ ਇਹ ਸਾਰੀਆਂ ਗੱਲਾਂ ਗੁਰਮੇਜ ਕੌਰ ਆਪਣੇ ਕਮਰੇ ਵਿੱਚ ਪਈ ਸੁਣ ਰਹੀ ਸੀ। ਜਦੋਂ ਹਰਬੰਸ ਸਿੰਘ ਕਮਰੇ ਵਿੱਚ ਗਿਆ ਤਾਂ ਦੇਖਿਆ ਕਿ ਗੁਰਮੇਜ ਕੌਰ ਆਪਣੀਆਂ ਅੱਖਾਂ ਪੂੰਝ ਰਹੀ ਸੀ। ਉਸਨੇ ਗੁਰਮੇਜ ਕੌਰ ਦੇ ਮੋਢੇ 'ਤੇ ਹੱਥ ਰੱਖਦੇ ਹੋਏ ਕਿਹਾ ਕਿ ਤੂੰ ਚਿੰਤਾ ਨਾ ਕਰ, ਆਪਣਾ ਪੁੱਤ ਜਦੋਂ ਆਏਗਾ ਤਾਂ ਸਭ ਠੀਕ ਹੋ ਜਾਏਗਾ। ਉਸਦੇ ਰਹਿੰਦੇ ਹੋਏ ਸਾਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ। ਗੁਰਮੇਜ ਕੌਰ ਤੋਂ ਹੁਣ ਕੰਮ ਨਹੀਂ ਕੀਤਾ ਜਾਂਦਾ ਸੀ। ਉਸਦੇ ਹੱਥ ਪੈਰਾਂ ਦੇ ਜੋੜ ਬਹੁਤ ਜ਼ਿਆਦਾ ਦਰਦ ਕਰਦੀ ਸੀ। ਦੁਪਹਿਰ ਗਈ ਪਰ ਹਰਬੰਸ ਸਿੰਘ ਤੇ ਗੁਰਮੇਜ ਕੌਰ ਨੂੰ ਅਜੇ ਤੱਕ ਰੋਟੀ ਨਹੀਂ ਮਿਲੀ ਸੀ। ਰਸੋਈ ਵਿੱਚ ਜਾ ਕੇ ਦੇਖਿਆ ਤਾਂ ਪਰਮ ਨੇ ਰੋਟੀ ਨਹੀਂ ਪਕਾਈ ਸੀ। ਫਿਰ ਹਰਬੰਸ ਸਿੰਘ ਨੇ ਖੁਦ ਹੀ ਆਪਣੇ ਅਤੇ ਆਪਣੀ ਪਤਨੀ ਲਈ ਰੋਟੀ ਬਣਾਈ ਅਤੇ ਜਾ ਕੇ ਗੁਰਮੇਜ ਕੌਰ ਨੂੰ ਖਵਾਈ। ਇਹ ਦੇਖ ਕੇ ਨੌਂ ਕਮਰੇ ਤੋਂ ਬਾਹਰ ਆਈ ਅਤੇ ਗੁੱਸੇ ਵਿੱਚ ਕਹਿਣ ਲੱਗੀ, ਤੁਹਾਨੂੰ ਜਰਾ ਜਿੰਨੀ ਵੀ ਤਮੀਜ਼ ਨਹੀਂ, ਪੂਰੀ ਰਸੋਈ ਵਿੱਚ ਖਲਾਰਾ ਪਾ ਕੇ ਰੱਖ ਦਿੱਤਾ। ਮੈਨੂੰ ਮੇਰੀ ਰਸੋਈ ਸਾਫ਼ ਚਾਹੀਦੀ ਹੈ। ਤਾਂ ਹਰਬੰਸ ਸਿੰਘ ਬੋਲਿਆ, ਤੂੰ ਚਿੰਤਾ ਨਾ ਕਰ, ਸਾਰੀ ਰਸੋਈ ਮੈਂ ਸਾਫ਼ ਕਰ ਦਿਆਂਗਾ। ਹਰਬੰਸ ਸਿੰਘ ਨੇ ਸਾਰੀ ਰਸੋਈ ਅਤੇ ਭਾਂਡੇ ਸਾਫ਼ ਕਰ ਦਿੱਤੇ। ਦੁਪਹਿਰ ਦਾ ਕੁਝ ਖਾਣਾ ਬਚ ਗਿਆ ਸੀ ਤਾਂ ਸ਼ਾਮ ਨੂੰ ਵੀ ਉਹੀ ਉਹਨਾਂ ਨੇ ਖਾ ਲਿਆ। ਜਗਦੀਪ ਆਪਣੇ ਮੰਮੀ ਪਾਪਾ ਦਾ ਹਾਲ ਪੁੱਛਣ ਲਈ ਰੋਜ਼ ਸਵੇਰੇ ਫੋਨ ਕਰਦਾ ਸੀ, ਪਰ ਦੋਨਾਂ ਨੇ ਆਪਣੇ ਪੁੱਤ ਨੂੰ ਆਪਣੀ ਨਹੁੰ ਦੀ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ ਸੀ। ਹਮੇਸ਼ਾ ਇਹੀ ਕਹਿੰਦੇ ਕਿ ਤੈਨੂੰ ਸਾਡੀ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ, ਤੂੰ ਬਸ ਆਪਣੇ ਕੰਮ 'ਤੇ ਧਿਆਨ ਦੇ। ਅਗਲੇ ਦਿਨ ਸਵੇਰੇ 9 ਵਜੇ ਪਰਮ 200 ਰੁਪਈਆ ਸਬਜ਼ੀ ਲਈ ਦਿੰਦੇ ਹੋਏ ਕਹਿੰਦੀ, ਪਾਪਾ ਜੀ ਸਾਰੀ ਸਬਜ਼ੀ ਦਾ ਹਿਸਾਬ ਇੱਕ ਕਾਗਜ਼ 'ਤੇ ਲਿਖਵਾ ਕੇ ਲਿਆਇਆ ਕਰੋ। ਅਤੇ ਹਰਬੰਸ ਸਿੰਘ ਚੁੱਪਚਾਪ ਥੈਲਾ ਲੈ ਕੇ ਚਲੇ ਗਏ। ਸਬਜ਼ੀ ਵਾਲੇ ਨੇ ਹਰਬੰਸ ਸਿੰਘ ਨੂੰ ਸਾਰੀਆਂ ਸਬਜ਼ੀਆਂ ਦੇ ਰੇਟ ਲਿਖ ਕੇ ਦੇ ਦਿੱਤੇ ਤੇ ਉਹ ਸੋਚਣ ਲੱਗਾ, ਚਲੋ ਚੰਗਾ ਹੈ, ਸਾਰੀਆਂ ਸਬਜ਼ੀਆਂ ਦਾ ਰੇਟ ਤੇ ਵਜ਼ਨ ਕਾਗਜ਼ 'ਤੇ ਲਿਖ ਦਿੱਤਾ, ਪਰਮ ਨੂੰ ਕੋਈ ਸ਼ੱਕ ਨਹੀਂ ਹੋਏਗਾ। ਇੰਨੀ ਜ਼ਿਆਦਾ ਠੰਡ ਵਿੱਚ ਸਵੇਰੇ ਸਵੇਰੇ ਸਬਜ਼ੀ ਲੈ ਕੇ ਆਇਆ ਤਾਂ ਹਰਬੰਸ ਸਿੰਘ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ।
ਉਸ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸਦੇ ਹੱਥ ਪੈਰ ਸੁੰਨ ਹੋ ਰਹੇ ਹਨ। ਰਸਤੇ ਵਿੱਚ ਇੱਕ ਚਾਹ ਦੀ ਦੁਕਾਨ ਤੋਂ ਉਸਨੇ 1 ਕੱਪ ਚਾਹ ਪੀ ਲਈ ਅਤੇ ਸਬਜ਼ੀ ਲੈ ਕੇ ਜਦੋਂ ਘਰ ਪਹੁੰਚਿਆ ਤਾਂ ਸਾਰੀਆਂ ਸਬਜ਼ੀਆਂ ਧੋ ਕੇ ਉਸਨੇ ਫਰਿੱਜ ਵਿੱਚ ਰੱਖ ਦਿੱਤੀਆਂ ਤੇ ਕਿਹਾ, ਬੇਟਾ ਸਬਜ਼ੀ ਆ ਗਈ, ਮੈਂ ਧੋ ਕੇ ਫਰਿੱਜ ਵਿੱਚ ਰੱਖ ਦਿੱਤੀ ਹੈ। ਪਰ ਨਹੁੰ ਦੀ ਕੋਈ ਆਵਾਜ਼ ਨਹੀਂ ਆਈ। ਸ਼ਾਇਦ ਉਹ ਫਿਰ ਸੌਂ ਗਈ ਸੀ। ਘਰ ਪਹੁੰਚ ਕੇ ਹਰਬੰਸ ਸਿੰਘ ਦਾ ਚਾਹ ਪੀਣ ਨੂੰ ਮਨ ਕੀਤਾ ਤਾਂ ਉਸਨੇ ਆਪਣੀ ਪਤਨੀ ਅਤੇ ਆਪਣੇ ਲਈ ਚਾਹ ਬਣਾ ਲਈ ਅਤੇ ਆਪਣੇ ਕਮਰੇ ਵਿੱਚ ਚਲੇ ਗਿਆ। ਪਰ ਉਸਨੇ ਹਜੇ ਚਾਹ ਦੀ ਪਹਿਲੀ ਘੁੱਟ ਹੀ ਭਰੀ ਸੀ ਕਿ ਉਸਦੀ ਨਹੁੰ ਪਰਮ ਨੇ ਪੂਰਾ ਘਰ ਸਿਰ 'ਤੇ ਚੱਕ ਲਿਆ। ਜ਼ੋਰ-ਜ਼ੋਰ ਨਾਲ ਗੁੱਸੇ ਵਿੱਚ ਬੋਲਣ ਲੱਗੀ, ਮੈਨੂੰ ਪਤਾ ਸੀ, ਚੋਰੀ ਕਰਦੇ ਹੋਏ ਤੁਹਾਨੂੰ ਸ਼ਰਮ ਨਹੀਂ ਆਈ? ਸਬਜ਼ੀ ਵਿੱਚੋਂ ਜੋ 10 ਰੁਪਏ ਬਚੇ ਸੀ ਉਹ ਕਿੱਥੇ ਚਲੇ ਗਏ? ਤਾਂ ਹਰਬੰਸ ਸਿੰਘ ਬੋਲਿਆ, ਨਹੀਂ ਬੇਟਾ, ਸਵੇਰੇ ਸਵੇਰੇ ਸਬਜ਼ੀ ਲੈਣ ਗਿਆ ਸੀ ਤਾਂ ਇਸ ਲਈ ਠੰਡ ਵਿੱਚ ਮੇਰੇ ਹੱਥ ਪੈਰ ਬਰਫ਼ ਬਣ ਗਏ ਸੀ ਤਾਂ ਮੈਂ ਰਸਤੇ ਵਿੱਚ 1 ਕੱਪ ਚਾਹ ਪੀ ਲਈ। ਚਾਹ ਘਰੇ ਆ ਕੇ ਨਹੀਂ ਪੀ ਸਕਦੇ ਸੀ? ਇੱਕ ਤਾਂ ਇਹਨਾਂ ਦੇ ਪੁੱਤ ਨੇ ਇਹਨਾਂ ਦੋਵਾਂ ਨੂੰ ਮੇਰੇ ਸਿਰ 'ਤੇ ਲਿਆ ਕੇ ਬਿਠਾ ਦਿੱਤਾ ਤੇ ਖੁਦ ਪਤਾ ਨਹੀਂ ਕਿੱਥੇ ਚਲਾ ਗਿਆ। ਇਹ ਮੇਰੇ ਨੱਕ ਵਿੱਚ ਦਮ ਕਰਕੇ ਬੈਠੇ ਹਨ। ਨਹੁੰ ਦੀਆਂ ਮਿਰਚ ਤੋਂ ਵੀ ਜ਼ਿਆਦਾ ਤਿੱਖੀਆਂ ਗੱਲਾਂ ਸੁਣ ਕੇ ਹਰਬੰਸ ਸਿੰਘ ਹੈਰਾਨ ਰਹਿ ਗਿਆ। ਉਸਨੇ ਮਨ ਹੀ ਮਨ ਆਇਆ ਕਿ ਨਹੁੰ ਨੂੰ ਬੋਲੇ ਕਿ ਬੇਟਾ, ਕੇਵਲ 10 ਰੁਪਏ ਦੀ ਚਾਹ ਹੀ ਤਾਂ ਪੀਤੀ ਹੈ, ਇਸ ਵਿੱਚ ਇੰਨਾ ਗੁੱਸਾ ਕਰਨ ਵਾਲੀ ਕਿਹੜੀ ਗੱਲ ਹੈ? ਪਰ ਫਿਰ ਪੁੱਤ ਦੀ ਖਾਤਰ ਸਭ ਕੁਝ ਚੁੱਪ-ਚਾਪ ਸਹਿ ਗਿਆ। ਹੁਣ ਹਰਬੰਸ ਸਿੰਘ ਰੋਜ਼ ਹੀ ਆਪਣਾ ਅਤੇ ਆਪਣੀ ਪਤਨੀ ਲਈ ਚਾਹ ਤੇ ਰੋਟੀ ਖੁਦ ਹੀ ਬਣਾਉਣ ਲੱਗਿਆ ਅਤੇ ਰਸੋਈ ਵਿੱਚ ਬਰਤਨ ਵੀ ਖੁਦ ਸਾਫ਼ ਕਰਨ ਲੱਗਿਆ। ਜਦੋਂ ਇੱਕ ਦਿਨ ਭਾਂਡੇ ਸਾਫ਼ ਕਰਦੇ ਕਰਦੇ ਪਰਮ ਦੀ ਸਹੇਲੀ ਉਸ ਨੂੰ ਮਿਲਣ ਘਰ ਆਈ ਤਾਂ ਹਰਬੰਸ ਸਿੰਘ ਆਪਣੀ ਘਰਵਾਲੀ ਲਈ ਦਲੀਆ ਬਣਾ ਰਿਹਾ ਸੀ ਤਾਂ ਪਰਮ ਆਪਣੀ ਸਹੇਲੀ ਨੂੰ ਵੇਖ ਕੇ ਬੋਲੀ, ਤੂੰ ਕਿਉਂ ਆਈ? ਮੈਨੂੰ ਹੀ ਬੁਲਾ ਲੈਂਦੀ, ਖੁਦ ਮੈਂ ਆ ਜਾਂਦੀ ਤੈਨੂੰ ਮਿਲਣ ਲਈ। ਕਿਉਂ ਮੈਂ ਤੇਰੇ ਘਰ ਨਹੀਂ ਆ ਸਕਦੀ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ। ਅੱਛਾ ਚੱਲ ਤੂੰ ਮੇਰੇ ਕਮਰੇ ਵਿੱਚ ਚੱਲ, ਉੱਥੇ ਚੱਲ ਕੇ ਗੱਲਾਂ ਕਰਦੇ ਆਂ। ਉਸ ਨੇ ਆਪਣੀ ਸਹੇਲੀ ਦਾ ਹੱਥ ਫੜਿਆ ਤੇ ਜਲਦੀ ਨਾਲ ਆਪਣੇ ਕਮਰੇ ਵਿੱਚ ਲੈ ਗਈ ਤਾਂ ਕਿ ਉਸਦੀ ਨਜ਼ਰ ਉਸਦੇ ਸਹੁਰੇ 'ਤੇ ਨਾ ਪੈ ਜਾਏ। ਦੋਨੇ ਆਪਸ ਵਿੱਚ ਗੱਲਾਂ ਕਰ ਰਹੀਆਂ ਸੀ ਕਿ ਹਰਬੰਸ ਸਿੰਘ ਵੀ ਉੱਥੇ ਪਹੁੰਚ ਗਿਆ ਅਤੇ ਬੋਲਿਆ, ਬੇਟਾ ਮੈਨੂੰ ਘਿਓ ਨਹੀਂ ਮਿਲ ਰਿਹਾ। ਉਸ ਨੂੰ ਦੇਖ ਕੇ ਪਰਮ ਦੇ ਚਿਹਰੇ ਦਾ ਰੰਗ ਉੱਡ ਗਿਆ ਅਤੇ ਗੁੱਸੇ ਵਿੱਚ ਬੋਲੀ, ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਮੇਰੇ ਕਮਰੇ ਵਿੱਚ ਨਾ ਆਇਆ ਕਰੋ। ਮੇਰੀ ਆਪਣੀ ਵੀ ਪ੍ਰਾਈਵੇਟ ਲਾਈਫ ਹੈ ਕਿ ਤੁਹਾਨੂੰ ਇਹ ਗੱਲ ਸਮਝ ਨਹੀਂ ਆਉਂਦੀ? ਹੁਣ ਜਾਓ ਇੱਥੋਂ। ਤਾਂ ਪਰਮ ਦੀ ਸਹੇਲੀ ਨੇ ਉਸ ਨੂੰ ਪੁੱਛਿਆ, ਕੌਣ ਹੈ ਇਹ ਬਜ਼ੁਰਗ? ਪਹਿਲਾਂ ਤਾਂ ਤੁਹਾਡੇ ਘਰ ਵਿੱਚ ਨਹੀਂ ਦੇਖਿਆ। ਨੌਕਰ ਹੈ, ਹਜੇ ਨਵਾਂ ਆਇਆ ਹੈ ਤਾਂ ਇਸ ਨੂੰ ਕਿਸੇ ਚੀਜ਼ ਦਾ ਕੁਝ ਪਤਾ ਨਹੀਂ ਕਿ ਸਮਾਨ ਕਿੱਥੇ ਰੱਖਿਆ ਹੈ। ਤੂੰ ਉਸ ਨੂੰ ਛੱਡ, ਆਪਣੀ ਸੁਣਾ। ਹਰਬੰਸ ਸਿੰਘ ਨੇ ਨਹੁੰ ਦੀਆਂ ਗੱਲਾਂ ਸੁਣੀਆਂ ਤਾਂ ਆਪਣੇ ਕੰਨਾਂ 'ਤੇ ਯਕੀਨ ਨਹੀਂ ਹੋ ਰਿਹਾ ਸੀ ਤਾਂ ਪਿੱਛੋਂ ਪਰਮ ਨੇ ਆਵਾਜ਼ ਦਿੱਤੀ, ਸੁਣੋ, ਮੇਰੇ ਲਈ ਅਤੇ ਮੇਰੀ ਸਹੇਲੀ ਲਈ 2 ਕੱਪ ਚਾਹ ਬਣਾ ਦੇਣਾ। ਨਹੁੰ ਦੀ ਇਹ ਗੱਲ ਸੁਣ ਕੇ ਉਸਨੇ ਚੁੱਪ-ਚਾਪ 2 ਕੱਪ ਚਾਹ ਬਣਾ ਦਿੱਤੀ ਅਤੇ ਉਸ ਦੇ ਕਮਰੇ ਵਿੱਚ ਰੱਖ ਕੇ ਉੱਥੋਂ ਵਾਪਸ ਆ ਗਿਆ ਅਤੇ ਗੁਰਮੇਜ਼ ਕੌਰ ਲਈ ਬਿਨਾਂ ਘਿਓ ਦਾ ਦਲੀਆ ਬਣਾ ਕੇ ਆਪਣੇ ਕਮਰੇ ਵਿੱਚ ਲੈ ਗਿਆ। ਕਮਰੇ ਵਿੱਚ ਗੁਰਮੇਜ਼ ਕੌਰ ਨੇ ਆਪਣੇ ਪਤੀ ਨੂੰ ਪੁੱਛਿਆ, ਕੀ ਹੋਇਆ? ਪਰਮ ਕਿਉਂ ਬੋਲ ਰਹੀ ਸੀ? ਤਾਂ ਹਰਬੰਸ ਸਿੰਘ ਨੇ ਕਿਹਾ, ਕੋਈ ਗੱਲ ਨਹੀਂ, ਤੂੰ ਆਪਣਾ ਦਲੀਆ ਖਾ ਤੇ ਆਰਾਮ ਕਰ। ਥੋੜ੍ਹੀ ਦੇਰ ਬਾਅਦ ਪਰਮ ਗੁੱਸੇ ਵਿੱਚ ਚਲਾਉਂਦੀ ਹੋਈ ਆਈ ਅਤੇ ਬੋਲੀ, ਜੇ ਚਾਹ ਬਣਾਉਣੀ ਨਹੀਂ ਆਉਂਦੀ ਤਾਂ ਕਹਿ ਨਹੀਂ ਸਕਦੇ ਸੀ? ਮੇਰਾ ਸਾਰਾ ਟੇਸਟ ਖਰਾਬ ਕਰ ਦਿੱਤਾ। ਕੀ ਹੋਇਆ ਬੇਟਾ? ਗੁਰਮੇਜ਼ ਕੌਰ ਨੇ ਬੜੇ ਪਿਆਰ ਨਾਲ ਆਪਣੀ ਨਹੁੰ ਨੂੰ ਪੁੱਛਿਆ ਤਾਂ ਉਹ ਬੋਲੀ, ਤੁਸੀਂ ਤਾਂ ਚੁੱਪ ਹੀ ਰਿਹਾ ਕਰੋ। ਕੰਮ ਦੀ ਨਾ ਕਾਜ ਦੀ, ਦੁਸ਼ਮਣ ਅਨਾਜ ਦੀ। ਹੁਣ ਤਾਂ ਮੈਂ ਬਾਹਰ ਜਾ ਰਹੀ ਹਾਂ ਆਪਣੀ ਸਹੇਲੀ ਦੇ ਨਾਲ, ਵਾਪਸ ਆਊਂਗੀ ਤਾਂ ਤੁਹਾਡੇ ਨਾਲ ਗੱਲ ਕਰਾਂਗੀ। ਅਤੇ ਹਾਂ, ਮੇਰੇ ਆਉਣ ਤੱਕ ਪੂਰਾ ਘਰ ਮੈਨੂੰ ਸਾਫ਼ ਚਾਹੀਦਾ ਹੈ। ਇੰਨਾ ਕਹਿ ਕੇ ਪਰਮ ਆਪਣੀ ਸਹੇਲੀ ਨਾਲ ਬਾਹਰ ਚਲੀ ਗਈ। ਨਹੁੰ ਦੀਆਂ ਗੱਲਾਂ ਸੁਣ ਕੇ ਗੁਰਮੇਜ਼ ਕੌਰ ਰੋਣ ਲੱਗੀ ਤਾਂ ਹਰਬੰਸ ਸਿੰਘ ਬੋਲਿਆ, ਗੁਰਮੇਜ਼ ਕੁਰੇ, ਤੂੰ ਗੱਲ-ਗੱਲ 'ਤੇ ਰੋਣ ਕਿਉਂ ਲੱਗ ਜਾਂਦੀ ਹੈ? ਆਪਣੀ ਸਿਹਤ ਦਾ ਧਿਆਨ ਰੱਖਿਆ ਕਰ। ਜੇ ਮੈਂ ਥੋੜ੍ਹਾ ਜਿਹਾ ਕੰਮ ਕਰ ਵੀ ਲੈਂਦਾ ਹਾਂ ਤਾਂ ਉਸ ਵਿੱਚ ਕੋਈ ਬੁਰਾਈ ਨਹੀਂ। ਤੂੰ ਹੀ ਤਾਂ ਕਹਿੰਦੀ ਹੈ ਕਿ ਇਨਸਾਨ ਨੂੰ ਹੱਥ ਪੈਰ ਚਲਾਉਂਦੇ ਰਹਿਣਾ ਚਾਹੀਦਾ ਹੈ, ਨਹੀਂ ਤਾਂ ਸਰੀਰ ਖੜ ਜਾਂਦਾ ਹੈ ਅਤੇ ਬਿਮਾਰੀਆਂ ਲੱਗ ਜਾਂਦੀਆਂ ਨੇ। ਹਰਬੰਸ ਸਿੰਘ ਨੇ ਗੁਰਮੇਜ਼ ਕੌਰ ਦੇ ਹੰਝੂ ਪੂੰਝੇ ਤੇ ਉਸ ਨੂੰ ਆਰਾਮ ਕਰਨ ਲਈ ਕਹਿ ਕੇ
ਖੁਦ ਰਸੋਈ ਵਿੱਚ ਭਾਂਡੇ ਸਾਫ਼ ਕਰਨ ਲਈ ਚਲਾ ਗਿਆ। ਠੰਡੇ ਪਾਣੀ ਨਾਲ ਭਾਂਡੇ ਸਾਫ਼ ਕਰਦੇ ਹੋਏ ਉਸਦੇ ਹੱਥ ਕੰਬ ਰਹੇ ਸੀ। ਥੋੜ੍ਹੀ ਹੀ ਦੇਰ ਬਾਅਦ ਆਵਾਜ਼ ਆਈ, ਪਾਪਾ ਜੀ ਕਿੱਥੇ ਹੋ ਤੁਸੀਂ? ਆਹ ਦੇਖੋ ਮੈਂ ਤੁਹਾਡੇ ਲਈ ਕੀ ਲੈ ਕੇ ਆਇਆ ਹਾਂ। ਥੋੜ੍ਹੀ ਹੀ ਦੇਰ ਵਿੱਚ ਜਗਦੀਪ ਉਹਨਾਂ ਦੇ ਕਮਰੇ ਵਿੱਚ ਗਿਆ ਅਤੇ ਆਪਣੀ ਮਾਂ ਦੇ ਪੈਰਾਂ ਨੂੰ ਹੱਥ ਲਾਏ ਅਤੇ ਆਪਣੀ ਮਾਂ ਨੂੰ ਪੁੱਛਣ ਲੱਗਿਆ, ਮਾਂ ਤੂੰ ਕਿਵੇਂ ਹੈ? ਪੁੱਤ ਨੂੰ ਸਾਹਮਣੇ ਦੇਖ ਕੇ ਗੁਰਮੇਜ ਕੌਰ ਦੀਆਂ ਅੱਖਾਂ ਭਰ ਆਈਆਂ ਤਾਂ ਜਗਦੀਪ ਬੋਲਿਆ, ਮਾਂ ਦੇਖ ਮੈਂ ਦਿੱਲੀ ਤੋਂ ਤੁਹਾਡੇ ਲਈ ਕੀ ਲੈ ਕੇ ਆਇਆ ਹਾਂ। ਤੁਹਾਡੇ ਲਈ ਬਹੁਤ ਹੀ ਖੂਬਸੂਰਤ ਸ਼ਾਲ ਅਤੇ ਪਾਪਾ ਲਈ ਬਹੁਤ ਵਧੀਆ ਕੁਆਲਿਟੀ ਦਾ ਸਵੈਟਰ ਲੈ ਕੇ ਆਇਆ ਹਾਂ। ਪਰ ਪਾਪਾ ਜੀ ਹੈ ਕਿੱਥੇ? ਸਾਰੇ ਦੇਖ ਲਿਆ ਪਰ ਉਹ ਕਿਤੇ ਨਜ਼ਰ ਨਹੀਂ ਆ ਰਹੇ। ਪੁੱਤ ਦੇ ਸਵਾਲ ਪੁੱਛਣ ਤੇ ਗੁਰਮੇਜ ਕੌਰ ਖੁਦ ਨੂੰ ਰੋਕ ਨਹੀਂ ਸਕੀ ਅਤੇ ਉਸਦੇ ਅੱਖਾਂ ਵਿੱਚ ਹੰਝੂ ਆ ਗਏ ਤੇ ਜਗਦੀਪ ਮਾਂ ਦੀ ਇਹ ਹਾਲਤ ਦੇਖ ਕੇ ਹੱਕਾ ਬੱਕਾ ਰਹਿ ਗਿਆ ਅਤੇ ਮਾਂ ਤੋਂ ਉਸਦੇ ਰੋਣ ਦਾ ਕਾਰਨ ਪੁੱਛਣ ਲੱਗਿਆ। ਗੁਰਮੇਜ ਕੌਰ ਨੇ ਆਪਣਾ ਸਾਰਾ ਹਾਲ ਸੁਣਾਇਆ। ਇੰਨੇ ਨੂੰ ਰਸੋਈ ਵਿੱਚੋਂ ਭਾਂਡੇ ਸਾਫ਼ ਕਰਨ ਦੀ ਆਵਾਜ਼ ਆਈ ਤਾਂ ਭੱਜਾ ਹੋਇਆ ਉੱਥੇ ਗਿਆ ਤਾਂ ਦੇਖਿਆ ਉਸਦੇ ਪਾਪਾ ਭਾਂਡੇ ਸਾਫ਼ ਕਰ ਰਹੇ ਸੀ। ਇਹ ਦੇਖ ਕੇ ਜਗਦੀਪ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਜਦੋਂ ਹਰਬੰਸ ਸਿੰਘ ਨੇ ਉਸ ਵੱਲ ਵੇਖਿਆ ਤਾਂ ਆਪਣੇ ਹੱਥ ਪੂੰਝਦੇ ਹੋਏ ਕਹਿੰਦਾ, ਬੇਟਾ ਤੂੰ ਕਦੋਂ ਆਇਆ? ਬਸ ਪਾਪਾ ਮੇਰਾ ਕੰਮ ਜਲਦੀ ਖਤਮ ਹੋ ਗਿਆ ਸੀ ਤਾਂ ਮੈਂ ਜਲਦੀ ਆ ਗਿਆ। ਇਹ ਕਹਿੰਦੇ ਹੋਏ ਉਸ ਨੇ ਪੈਰਾਂ ਨੂੰ ਹੱਥ ਲਾਏ ਅਤੇ ਹਰਬੰਸ ਸਿੰਘ ਨੇ ਉਸ ਨੂੰ ਆਪਣੇ ਦੋਵੇਂ ਹੱਥਾਂ ਨਾਲ ਆਸ਼ੀਰਵਾਦ ਦਿੱਤਾ। ਜਗਦੀਪ ਨੇ ਮਹਿਸੂਸ ਕੀਤਾ ਕਿ ਪਾਪਾ ਦੇ ਹੱਥ ਠੰਡੇ ਬਰਫ਼ ਹੋਏ ਪਏ ਹਨ ਅਤੇ ਕੰਬ ਰਹੇ ਹਨ। ਇੰਨੇ ਨੂੰ ਪਰਮ ਵੀ ਉੱਥੇ ਪਹੁੰਚ ਗਈ ਅਤੇ ਜਗਦੀਪ ਨੂੰ ਦੇਖ ਕੇ ਉਸਦੇ ਹੋਸ਼ ਉੱਡ ਗਏ ਤੇ ਚਿਹਰੇ 'ਤੇ ਫਿੱਕੀ ਜਿਹੀ ਮੁਸਕਰਾਹਟ ਲਿਆ ਕੇ ਕਹਿੰਦੀ, ਜਗਦੀਪ ਤੁਸੀਂ ਤਾਂ ਕਹਿ ਰਹੇ ਸੀ ਕਿ ਤੁਹਾਡਾ 15 ਦਿਨਾਂ ਦਾ ਕੰਮ ਅਜੇ ਬਾਕੀ ਹੈ। ਇਹ ਕਹਿੰਦੇ ਹੋਏ ਜਿਵੇਂ ਹੀ ਪਰਮ ਉਸਦੇ ਕੋਲ ਆਉਣ ਲੱਗੀ ਤਾਂ ਜਗਦੀਪ ਨੇ ਜ਼ੋਰ ਨਾਲ ਥੱਪੜ ਉਸਦੇ ਮੂੰਹ 'ਤੇ ਧਰ ਦਿੱਤਾ। ਤੇਰੀ ਹਿੰਮਤ ਕਿਵੇਂ ਹੋਈ ਮੇਰੇ ਰੱਬ ਵਰਗੇ ਮਾਂ ਪਿਓ ਦੇ ਨਾਲ ਇਹ ਸਲੂਕ ਕਰਨ ਦੀ? ਇਹ ਘਰ ਉਹਨਾਂ ਦੇ ਪੁੱਤ ਦਾ ਹੈ ਤੇ ਤੂੰ ਇਸ ਨੂੰ ਦਹੇਜ ਵਿੱਚ ਨਹੀਂ ਲੈ ਕੇ ਆਈ। ਮੈਂ ਸਭ ਕੁਝ ਬਰਦਾਸ਼ਤ ਕਰ ਸਕਦਾ ਹਾਂ ਪਰ ਆਪਣੇ ਮੰਮੀ ਪਾਪਾ ਦੀਆਂ ਅੱਖਾਂ ਵਿੱਚ ਹੰਝੂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦਾ। ਜਲੀਲ ਔਰਤ, ਮੈਨੂੰ ਤਾਂ ਲੱਗਿਆ ਸੀ ਕਿ ਕੁਝ ਦਿਨ ਲੰਘ ਜਾਣਗੇ ਤਾਂ ਤੂੰ ਮੇਰੇ ਮੰਮੀ ਪਾਪਾ ਨੂੰ ਸਮਝ ਲਏਂਗੀ, ਉਹਨਾਂ ਨੂੰ ਆਪਣੇ ਮੰਮੀ ਪਾਪਾ ਦੀ ਤਰ੍ਹਾਂ ਸਮਝੇਂਗੀ। ਪਰ ਮੈਂ ਗਲਤ ਸੀ। ਮੇਰੇ ਜਾਣ ਤੋਂ ਬਾਅਦ ਮੇਰੇ ਮਾਂ-ਪਿਓ ਦੇ ਨਾਲ ਨੌਕਰਾਂ ਵਰਗਾ ਸਲੂਕ ਕਰਦੇ ਹੋਏ ਤੈਨੂੰ ਬਿਲਕੁਲ ਵੀ ਸ਼ਰਮ ਨਹੀਂ ਆਈ? ਬਸ ਬਹੁਤ ਹੋ ਗਿਆ, ਹੁਣ ਤੂੰ ਆਪਣਾ ਸਮਾਨ ਬੰਨ੍ਹ ਤੇ ਨਿਕਲ ਜਾ ਮੇਰੇ ਘਰ ਤੋਂ। ਜਗਦੀਪ ਨੇ ਗੁੱਸੇ ਵਿੱਚ ਚਲਾਉਂਦੇ ਹੋਏ ਕਿਹਾ, ਇਸ ਘਰ ਵਿੱਚ ਤੇਰੇ ਲਈ ਕੋਈ ਜਗ੍ਹਾ ਨਹੀਂ। ਇੰਨਾ ਸੁਣਦੇ ਹੀ ਪਰਮ ਜਗਦੀਪ ਦੇ ਪੈਰਾਂ 'ਤੇ ਡਿੱਗ ਪਈ ਅਤੇ ਮਾफ़ੀ ਮੰਗਣ ਲੱਗੀ। ਤੂੰ ਮੇਰੇ ਨਾਲ ਐਵੇਂ ਕਿਵੇਂ ਕਰ ਸਕਦਾ ਹੈ? ਤੂੰ ਤਾਂ ਮੇਰੇ ਨਾਲ ਪਿਆਰ ਕਰਦਾ ਹੈ। ਪਰਮ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਜਨਮ ਦੇਣ ਵਾਲੇ ਆਪਣੇ ਮੰਮੀ ਪਾਪਾ ਨੂੰ ਅਪਮਾਨ ਸਹਿਣ ਕਰਾਂ ਅਤੇ ਤੇਰੇ ਲਈ ਉਹਨਾਂ ਨੂੰ ਛੱਡ ਦਿਆਂ। ਮੈਂ ਸੋਚਿਆ ਸੀ ਕਿ ਇੱਕ ਨਾ ਇੱਕ ਦਿਨ ਤੂੰ ਮੇਰੇ ਮੰਮੀ ਪਾਪਾ ਨੂੰ ਸਮਝ ਲਏਂਗੀ ਪਰ ਤੇਰੇ ਵਰਗੀਆਂ ਔਰਤਾਂ ਹੱਸਦੇ ਖੇਡਦੇ ਪਰਿਵਾਰਾਂ ਨੂੰ ਬਰਬਾਦ ਕਰ ਦਿੰਦੀਆਂ ਨੇ ਅਤੇ ਮੈਨੂੰ ਤਾਂ ਸ਼ਰਮ ਆਉਂਦੀ ਹੈ ਆਪਣੇ ਆਪ 'ਤੇ ਕਿ ਮੈਂ ਆਪਣੇ ਮੰਮੀ ਪਾਪਾ ਨੂੰ ਤੇਰੇ ਵਰਗੀ ਘਟੀਆ ਔਰਤ ਕੋਲ ਛੱਡ ਕੇ ਗਿਆ। ਇੰਨਾ ਕਹਿੰਦੇ ਹੋਏ ਜਗਦੀਪ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਆਪਣੇ ਮੰਮੀ ਪਾਪਾ ਦੇ ਅੱਗੇ ਹੱਥ ਜੋੜ ਕੇ ਬੋਲਿਆ, ਮੈਨੂੰ ਮਾफ़ ਕਰ ਦਿਓ। ਮੇਰੇ ਰਹਿੰਦੇ ਹੋਏ ਅੱਜ ਤੋਂ ਬਾਅਦ ਤੁਹਾਨੂੰ ਦੋਨਾਂ ਨੂੰ ਕੋਈ ਵੀ ਤਕਲੀਫ ਨਹੀਂ ਹੋਵੇਗੀ। ਤਾਂ ਪਰਮ ਆਪਣੀ ਸੱਸ ਅਤੇ ਸਹੁਰੇ ਦੇ ਪੈਰਾਂ 'ਤੇ ਡਿੱਗ ਪਈ ਅਤੇ ਕਹਿੰਦੀ, ਮੰਮੀ ਪਾਪਾ ਮੈਨੂੰ ਮਾफ़ ਕਰ ਦਿਓ। ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਅਣਜਾਣੇ ਵਿੱਚ ਮੈਂ ਤੁਹਾਨੂੰ ਬਹੁਤ ਬੁਰਾ ਭਲਾ ਕਿਹਾ ਤੇ ਤੁਹਾਡੇ ਨਾਲ ਬਹੁਤ ਬੁਰਾ ਸਲੂਕ ਕੀਤਾ। ਤਾਂ ਗੁਰਮੇਜ ਕੌਰ ਬੋਲੀ, ਬੇਟਾ ਮਾਫ਼ ਕਰ ਦਿਓ ਪਰਮ ਨੂੰ। ਪੁੱਤ ਲੜਾਈ ਝਗੜਾ ਕਿਸ ਘਰ ਵਿੱਚ ਨਹੀਂ ਹੁੰਦਾ। ਪਰ ਜਗਦੀਪ ਨੇ ਉਸ ਦੀ ਇੱਕ ਨਾ ਸੁਣੀ ਤੇ ਪਰਮ ਦਾ ਹੱਥ ਫੜ ਕੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ। ਹਰਬੰਸ ਸਿੰਘ ਨੇ ਉਸ ਨੂੰ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਪਰ ਜਗਦੀਪ ਕਹਿੰਦਾ, ਨਹੀਂ ਪਾਪਾ ਹੁਣ ਤੁਸੀਂ ਮੈਨੂੰ ਨਾ ਰੋਕੋ। ਜੇ ਮੈਂ ਅੱਜ ਇਸ ਨੂੰ ਮਾਫ਼ ਕਰ ਦਿੱਤਾ ਤਾਂ ਜੋ ਔਰਤਾਂ ਆਪਣੇ ਸੱਸ ਸਹੁਰੇ ਦੇ ਨਾਲ ਅਜਿਹਾ ਵਿਹਾਰ ਕਰਦੀਆਂ ਨੇ ਉਹਨਾਂ ਨੂੰ ਕਦੇ ਵੀ ਸਬਕ ਨਹੀਂ ਮਿਲੇਗਾ। ਤਾਂ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ। ਇਹ ਕਹਾਣੀ ਬਾਰੇ ਤੁਹਾਡਾ ਕੀ ਵਿਚਾਰ ਹੈ?
ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ, ਤਾਂ ਕਿ ਸਾਡੀਆਂ ਆਉਣ ਵਾਲੀਆਂ ਸਾਰੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚ ਸਕਣ। ਮਿਲਦੇ ਹਾਂ ਜੀ ਕਿਸੇ ਅਗਲੀ ਕਹਾਣੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਧੰਨਵਾਦ।